ਸਤਿ ਸ਼੍ਰੀ ਅਕਾਲ ਦੋਸਤੋ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰੋਸੈਸ ਕੱਲ੍ਹ ਪੂਰਾ ਹੋ ਗਿਆ। 10 ਮਾਰਚ ਨੂੰ ਨਤੀਜੇ ਆਉਣਗੇ। ਇਹਨਾਂ ਵੋਟਿੰਗ ਦੌਰਾਨ ਜਿਹੜੀ ਇੱਕ ਅਸਰ ਸਾਹਮਣੇ ਆਈ ਆ ਉਹ ਇਹ ਆਈ ਹੈ ਕਿ ਇਸ ਵਾਰ ਪਿਛਲੇ 15 ਸਾਲਾਂ ਦੇ ਵਿੱਚ ਜਿੰਨੀ ਵੀ ਪੋਲਿੰਗ ਹੋਈ ਹੈ, ਇਸ ਵਾਰ ਪੋਲਿੰਗ ਪਰਸੈਂਟੇਜ ਬਹੁਤ ਘੱਟ ਰਿਹਾ ਹੈ। ਹਾਲਾਂਕਿ ਪਿੰਡਾਂ ਦੇ ਵਿੱਚ ਕਾਫੀ ਸੈਟੀਸਫੈਕਟਰੀ ਰਿਹਾ ਇਹ ਪੇਂਡੂ ਇਲਾਕਿਆਂ ਦੇ ਵਿੱਚ, ਪਰ ਸ਼ਹਿਰੀ ਇਲਾਕਿਆਂ ਦੇ ਵਿੱਚ ਜਿਹੜਾ ਹੈ ਉਹ ਵੋਟਾਂ ਦਾ ਘਟਣਾ, ਵੋਟ ਪਰਸੈਂਟੇਜ ਦਾ ਘਟਣਾ ਜ਼ਰੂਰ ਚਿੰਤਾ ਖੜੀ ਕਰਦਾ ਹੈ। ਮੇਰੇ ਨਾਲ ਇਸ ਸਮੇਂ ਵਕੀਲ ਭਾਈਚਾਰਾ ਜਿਹੜਾ ਉਹ ਹੈ, ਇੱਕ ਕਾਨੂੰਨ ਪੱਖ ਤੋਂ ਵੀ ਉਹ ਸਾਨੂੰ ਬਿਹਤਰ ਤਰੀਕੇ ਨਾਲ ਸਪਸ਼ਟ ਕਰ ਸਕਦੇ ਨੇ ਕਿ ਪੋਲਿੰਗ ਦੌਰਾਨ ਸਾਡੀ ਵੋਟ ਹੈ ਜਿਹੜੀ ਉਹ ਜ਼ਰੂਰੀ ਹੋਣੀ ਚਾਹੀਦੀ ਹੈ ਕਾਨੂੰਨ ਤੌਰ 'ਤੇ ਜਾਂ ਨਹੀਂ। ਦੇਖੋ, ਜਿੱਥੋਂ ਤੱਕ ਇਹ ਸਵਾਲ ਹੈ ਕਿ ਜ਼ਰੂਰੀ ਹੋਣੀ ਚਾਹੀਦੀ, ਮੈਂ ਸਮਝਦਾ ਕਿ ਮੈਂਡੇਟਰੀ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਹੁਣ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਦੇਖਿਆ ਕਿ ਕਾਫੀ ਉਮੀਦਵਾਰ ਵੀ ਨੇ ਜਿਹੜੇ ਕਿਸੇ ਹੋਰ ਹਲਕੇ ਦੇ ਵਿੱਚ ਕੰਟੈਸਟ ਕਰ ਰਹੇ ਸੀ ਤੇ ਉਹ ਨਹੀਂ ਆਪਣੀ ਵੋਟ ਪੋਲ ਕਰ ਸਕੇ। ਸੋ ਜੇ ਮੈਂਡੇਟਰੀ ਹੋਊ ਤਾਂ ਇਸ ਤਰ੍ਹਾਂ ਦੀਆਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊ। ਬਾਕੀ ਇਹ ਜਿਹੜਾ ਸਵਾਲ ਇਹ ਉੱਠਿਆ ਕਿ ਤਾਂ ਹੀ ਉੱਠਿਆ ਕਿ ਵੋਟਿੰਗ ਜਿਹੜੀ ਪਰਸੈਂਟੇਜ ਹੈ ਘਟ ਰਹੀ ਹੈ ਆਪਣੇ ਇਸ ਪ੍ਰੋਸੈਸ ਦੇ ਵਿੱਚ। ਇਹਦਾ ਮੈਂ ਇੱਕ ਕਾਰਨ ਸਮਝਦਾ ਕਿ ਸਿਰਫ ਇੱਕ ਦਿਨ ਰੱਖਿਆ ਜਾਂਦਾ ਵੋਟਿੰਗ ਲਈ। ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ 20 ਫਰਵਰੀ ਰੱਖੀ ਗਈ ਸੀ ਡੇਟ ਪੰਜਾਬ ਦੇ ਵਿੱਚ ਵੋਟਾਂ ਦੀ, ਇਹ ਆਖਰੀ ਡੇਟ ਹੋਣੀ ਚਾਹੀਦੀ ਸੀ। ਵੋਟਿੰਗ ਦਾ ਜਿਹੜਾ ਪ੍ਰੋਸੈਸ ਹੈ ਘੱਟੋ ਘੱਟ 15 ਦਿਨ ਤੋਂ 1 ਮਹੀਨੇ ਤੱਕ ਦਾ ਜ਼ਰੂਰ ਹੋਣਾ ਚਾਹੀਦਾ। ਹਰ ਜ਼ਿਲ੍ਹਾ ਲੈਵਲ ਦੇ ਉੱਤੇ ਇਹਨਾਂ ਨੂੰ ਬੂਥ ਬਣਾ ਦਿੱਤੇ ਜਾਣੇ ਚਾਹੀਦੇ ਨੇ, ਜਿੱਥੇ ਕਿ ਲੋਕ ਆਪਣੀ ਫੈਮਿਲੀਜ਼ ਦੇ ਨਾਲ ਜਦੋਂ ਵੀ ਟਾਈਮ ਮਿਲਦਾ ਕਿਸੇ ਨੂੰ ਵੋਟ ਕਾਸਟ ਕਰ ਸਕੇ, ਤਾਂ ਕਿ ਇੱਕ ਤਰ੍ਹਾਂ ਦੀ ਕੰਪਲਸ਼ਨ ਨਾ ਹੋਵੇ ਕਿ ਸਿਰਫ ਇੱਕੋ ਦਿਨ ਦੇ ਵਿੱਚ ਹੀ ਜਾ ਕੇ ਤੁਸੀਂ ਵੋਟ ਕਾਸਟ ਕਰਨੀ ਹੈ। ਮੇਰੇ ਮੁਤਾਬਕ ਜੀ ਜਿਹੜੀ ਆਪਣੀ ਵੋਟਿੰਗ ਆ ਇਲੈਕਸ਼ਨ ਦੇ ਵਿੱਚ ਉਹ ਮੈਂਡੇਟਰੀ ਹੋਣੀ ਚਾਹੀਦੀ ਹੈ ਜੀ, ਕਿਉਂਕਿ ਡੈਮੋਕ੍ਰੇਸੀ ਦਾ ਜੇ ਆਪਾਂ ਬੇਸਿਕ ਦੇਖੀਏ ਤਾਂ ਵੋਟ ਹੈ ਜੀ। ਜੇ ਆਪਾਂ ਨੂੰ ਵਧੀਆ ਪ੍ਰਤੀਨਿਧਤਾ ਚਾਹੀਦੀ ਹੈ ਜੀ ਤਾਂ ਇਲੈਕਸ਼ਨ ਦੇ ਵਿੱਚ ਵੋਟਿੰਗ ਜ਼ਰੂਰੀ ਹੋਣੀ ਚਾਹੀਦੀ ਹੈ ਜੀ। ਦੇਖੋ ਜੀ, ਵੋਟਰਸ ਕਿੰਗ ਮੇਕਰ ਹੁੰਦੇ ਆ, ਮੈਂਡੇਟਰੀ ਨਹੀਂ ਹੋਣੀ ਚਾਹੀਦੀ, ਬਟ ਰਾਈਟ ਸਾਰਿਆਂ ਨੂੰ ਕੋਲ ਹੈਗਾ ਹੀ ਆ, ਪਾਉਣੀ ਜ਼ਰੂਰ ਚਾਹੀਦੀ ਆ ਸਾਰਿਆਂ ਨੂੰ। ਐਦਾਂ ਨਹੀਂ ਹੈਗਾ ਵੀ ਕਿਤੇ ਤੁਸੀਂ ਘਰ ਬੈਠੇ ਹੋ ਵੋਟ ਵੀ ਨਹੀਂ ਪਾਉਣੀ, ਕਿਉਂ ਜੇ ਕਿੰਗ ਤੁਸੀਂ ਕੋਈ ਚੁਣਨਾ ਹੈ ਜਾਂ ਤੁਸੀਂ ਸਿਲੈਕਟ ਕਰਨਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਿਨਾਂ ਵੋਟਾਂ ਪਾਏ ਹੀ ਚੁਣ ਸਕਦੇ ਹੋ। ਤਾਂ ਤੁਹਾਨੂੰ ਆਪਣੀ ਮੱਤ ਜ਼ਰੂਰ ਦਾਨ ਕਰਨੀ ਚਾਹੀਦੀ ਆ। ਇਹਨੂੰ ਮਤਦਾਨ ਵੀ ਤਾਂ ਹੀ ਕਿਹਾ ਜਾਂਦਾ ਕਿ ਤੁਸੀਂ ਆਪਣੀ ਵਿਚਾਰਧਾਰਾ ਦੇ ਮੁਤਾਬਕ ਕੋਈ ਨੁਮਾਇੰਦੇ ਨੂੰ ਵੋਟ ਪਾਉਂਦੇ ਹੋ। ਮੈਂ ਸਮਝਦਾ, ਦੇਖੋ ਮੇਰਾ ਬਿਲਕੁਲ ਉਲਟੇ ਇਸ ਦੇ ਖਿਲਾਫ ਵਿਚਾਰ ਹੈਗਾ। ਮੈਂ ਪੁੱਛਦਾ ਕਿ 70 ਸਾਲਾਂ ਦੀ ਡੈਮੋਕ੍ਰੇਸੀ ਦੇ ਵਿੱਚ, 70 ਸਾਲਾਂ ਦੇ ਵੋਟਿੰਗ ਰਾਈਟ ਦੇ ਵਿੱਚ ਅਸੀਂ ਕੀ ਕੱਢਿਆ, ਕੀ ਪਾਇਆ, ਕੀ ਖੱਟਿਆ। ਮੈਨੂੰ ਇਹ ਲੱਗਦਾ ਹੈਗਾ ਕਿ ਪਿੰਡਾਂ ਦੇ ਵਿੱਚ ਇਸ ਕਰਕੇ ਵੋਟਿੰਗ ਜਿਹੜੀ ਜ਼ਿਆਦਾ ਹੋਣ ਦਾ ਰੀਜ਼ਨ ਇੱਕ ਇਹ ਹੈਗਾ ਕਿ ਉੱਥੇ ਪਾਰਟੀਬਾਜ਼ੀ, ਗਰੁੱਪਿਜ਼ਮ ਜਿਹੜੀ ਹੈਗੀ ਹੈ ਇਸ ਲੈਵਲ 'ਤੇ ਹੈਗੀ ਹੈ ਕਿ ਲੋਕ ਪਾਰਟੀ ਕਰਕੇ ਜ਼ਿਆਦਾ ਜਿਹੜਾ ਇਲੈਕਸ਼ਨ। ਔਰ ਤੁਸੀਂ ਦੇਖੋ, ਇੱਕ ਪ੍ਰੈਸ ਵਾਲੇ ਹੈਗੇ ਆ, ਤੁਸੀਂ ਕੀ ਜਾਣਦੇ ਨਹੀਂ ਹੈਗੇ। ਜੇ ਦੇਖਦੇ ਹੋਏ ਕਬੂਤਰ ਮੰਗਣਾ, ਅੱਖਾਂ ਬੰਦ ਕਰਨੀਆਂ ਅਲੱਗ ਗੱਲ ਹੈ। ਇਸ ਇਲੈਕਸ਼ਨ ਦੇ ਵਿੱਚ ਕਿੱਥੇ ਪੈਸਾ ਨਹੀਂ ਚੱਲਿਆ, ਕਿੱਥੇ ਸ਼ਰਾਬ ਨਹੀਂ ਚੱਲੀ, ਕਿੱਥੇ ਕਿਹੜਾ ਗਲਤ ਕੰਮ ਨਹੀਂ ਹੋਇਆ। ਹਾਂ, ਤੁਸੀਂ ਜਿਹੜੀ ਮੈਂਡੇਟਰੀ ਦੀ ਗੱਲ ਕਰਦੇ ਆ, ਜਿਹੜੀਆਂ ਵਧੀਆ ਡੈਮੋਕ੍ਰੇਸੀਜ਼ ਹੈਗੀਆਂ ਉਹਨਾਂ ਦੇ ਵਿੱਚ ਹਰਸ਼ਵਿੰਦਰ ਜੀ ਜਿਵੇਂ ਕਹਿ ਰਹੇ ਸੀ ਕਿ ਕਈ ਦਿਨ ਦਾ ਪ੍ਰੋਸੈਸ ਹੋਣਾ ਚਾਹੀਦਾ, ਬਿਲਕੁਲ ਸਹੀ ਗੱਲ ਹੈ, ਕਈ ਦਿਨ ਦਾ ਪ੍ਰੋਸੈਸ ਹੋਣਾ ਚਾਹੀਦਾ। ਮੈਂਡੇਟਰੀ ਵੀ ਹੋਣੀ ਚਾਹੀਦੀ ਹੈਗੀ ਹੈ। ਦੇਖੋ, ਮੈਂ ਆਸਟ੍ਰੇਲੀਆ ਦੀ ਤੁਹਾਨੂੰ ਗੱਲ ਦੱਸਦਾ ਕਿ ਆਸਟ੍ਰੇਲੀਆ ਦੇ ਲੋਕ ਜਿਹੜੇ ਇੱਥੇ ਇੰਡੀਆ ਦੇ ਵਿੱਚ ਆਏ ਵੇ ਹੁੰਦੇ ਆ, ਉਹਨਾਂ ਲਈ ਮੈਂਡੇਟਰੀ ਇਹ ਹੈਗਾ ਕਿ ਜੋ ਇੰਡੀਆ ਦੇ ਵਿੱਚ ਹੈਗੇ ਆ ਤਾਂ ਉਹ ਜਾ ਕੇ ਅੰਬੈਸੀ ਦੇ ਵਿੱਚ ਆਪਣੀ ਦੇ ਵਿੱਚ ਵੋਟ ਜਿਹੜੀ ਹੈਗੀ ਆ ਕਾਸਟ ਕਰਕੇ ਆਉਣ। ਸਵਾਲ ਇਹ ਹੈਗਾ ਕਿ ਕੀ ਹਰ ਚੀਜ਼ ਡੰਡੇ ਨਾਲ ਹੀ ਚਲਾਵਾਂਗੇ ਅਸੀਂ? ਕੀ ਡੈਮੋਕ੍ਰੇਸੀ ਦਾ ਮਤਲਬ ਅਸੀਂ ਹਾਲੇ ਤੱਕ ਸਮਝ ਹੀ ਨਹੀਂ ਸਕੇ। ਮੈਨੂੰ ਇਹ ਲੱਗਦਾ ਕਿ ਸ਼ਹਿਰਾਂ ਦੇ ਵਿੱਚ ਇਹ ਜਾਗਰੂਕਤਾ ਆ ਗਈ ਵੀ ਮਿਲਣਾ ਮਿਲਾਉਣਾ ਕੱਖ ਨਹੀਂ, ਅਸੀਂ ਤਾਂ ਚੌਧਰੀ ਚੁਣਨ ਚੱਲੇ ਆ। ਔਰ ਉਹ ਜਿਹੜੇ ਚੌਧਰੀ ਆ ਉਹ ਚੁਣ ਕੇ ਉਹ 5 ਸਾਲ ਜਿਹੜੇ ਹੈਗੇ ਆ ਆਪਣਾ ਜਿਹੜਾ ਹੈਗਾ ਘਰ ਪੂਰਾ ਕਰਦੇ ਆ, ਆਪਣੇ ਢਿੱਡ ਭਰਦੇ ਹੈਗੇ ਆ। ਜਿਹੜੇ ਬਾਕੀ ਦੀ ਜਨਤਾ ਹੈਗੀ ਆ ਉਹ 5 ਸਾਲ ਪਿਸਦੀ ਰਹਿੰਦੀ ਆ। ਔਰ ਉਹ ਜਿਹੜੀ 5 ਸਾਲ ਵਾਲੀ ਪਿਸਣ ਵਾਲੀ ਜਨਤਾ ਹੈਗੀ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਦੇ ਵਿੱਚੋਂ ਵੀ ਕੁਛ ਲੋਕ ਇਹੋ ਜਿਹੇ, ਸਾਰਿਆਂ ਦਾ ਤਾਂ ਨਾਂ ਨਹੀਂ ਲਿਆ ਜਾ ਸਕਦਾ, ਕੁਛ ਲੋਕ ਇਹੋ ਜਿਹੇ ਹੁੰਦੇ ਆ ਕਿ ਉਹ ਜਿਹੜਾ 5 ਸਾਲ ਲੁੱਟਣ ਵਾਲਾ ਬੰਦਾ ਹੈਗਾ ਉਹਨੂੰ ਉਹ 20 ਦਿਨ ਦੇ ਵਿੱਚ ਝੂਟ ਦਿੰਦੇ ਆ। ਔਰ ਉਹ ਤੋਂ ਸ਼ਰਾਬਾਂ, ਪੈਸਾ, ਸਾਰਾ ਕੁਛ ਚੱਲਦਾ। ਸੋ ਮੈਂ ਅਲਟੀਮੇਟਲੀ ਇਹ ਕਹਿਣਾ ਕਿ ਸਭ ਤੋਂ ਪਹਿਲਾਂ
ਸਾਡੇ ਕੋਲ ਅੱਜ ਕੁਐਸਚਨ ਇਹ ਨਹੀਂ ਹੈਗਾ ਵੀ ਵੋਟ ਪਾਉਣੀ ਚਾਹੀਦੀ ਹੈ ਕਿ ਨਹੀਂ ਪਾਉਣੀ ਚਾਹੀਦੀ। ਸਾਨੂੰ ਡੈਮੋਕ੍ਰੇਸੀ ਦਾ ਮਤਲਬ ਸਮਝਾਉਣਾ ਬਹੁਤ ਜ਼ਰੂਰੀ ਹੈਗਾ। ਸਾਡੇ ਰਾਈਟ ਜਿਹੜਾ ਹੈਗਾ, ਸਾਡਾ VOTING ਦਾ ਰਾਈਟ ਹੈਗਾ ਜਿਹੜਾ, ਉਹਦੇ ਵਿੱਚੋਂ ਅਸੀਂ ਕੀ ਕੱਢਿਆ, ਕੀ ਪਾਇਆ, ਕੀ ਖੱਟਿਆ। ਦੇਖੋ, ਵੋਟਾਂ ਦੇ ਘਟਣ ਦਾ ਕਾਰਨ ਜੋ ਮੈਂ ਸਮਝਦਾ ਉਹ ਇਹ ਹੈ ਕਿ ਲੋਕ ਫੈਡਅਪ ਹੋ ਗਏ। ਫੈਡਅਪ ਹੋ ਕੇ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਜਿਹੜੀ ਲੜਾਈ ਹੈ ਇਹ ਕੁਰਸੀ ਦੀ ਲੜਾਈ ਹੈ, ਕੋਈ ਸੁਧਾਰ ਦੀ ਲੜਾਈ ਨਹੀਂ ਹੈ। ਕਿ ਜਿਹੜਾ ਲੜਾਈ ਲੜ ਰਿਹਾ ਸਿਰਫ ਤੇ ਸਿਰਫ ਇਸ ਵਾਸਤੇ ਲੜ ਰਿਹਾ ਕਿ ਉਸ ਬੰਦੇ ਨੂੰ ਪਰੇ ਹਟਾ ਕੇ ਮੈਂ ਬੈਠਾਂ। ਪਰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਜਦ ਤੱਕ ਦੁਨੀਆ ਰਹੀਏ ਕੁਝ ਸੁਣੀਏ ਕੁਝ ਕਹੀਏ। ਸਾਡੇ ਕੁਝ ਫਰਜ਼ ਨੇ ਜਿਹੜੇ ਸਾਨੂੰ ਉਹਨਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਜੇ ਸ਼ਰੀਫ ਆਦਮੀ ਡਰ ਕੇ ਅੰਦਰ ਵੜ ਗਿਆ ਤਾਂ ਸਾਡੇ ਦੇਸ਼ ਦਾ ਬਹੁਤ ਨੁਕਸਾਨ ਹੋਊਗਾ। ਇਸ ਚੀਜ਼ ਨੂੰ ਸਮਝਦੇ ਹੋਏ ਸਾਨੂੰ ਡੈਮੋਕ੍ਰੇਸੀ ਨੂੰ ਪੂਰਾ ਇੰਜੋਏ ਕਰਨਾ ਚਾਹੀਦਾ, ਔਰ ਇਹਨੂੰ ਮੰਨਣਾ ਚਾਹੀਦਾ। ਉਹਨਾਂ ਬੰਦਿਆਂ ਨੂੰ ਜਿਹੜੇ ਸ਼ਰੀਫ ਨੇ ਸਗੋਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਕਿਉਂ? ਉਹਨਾਂ ਨੇ ਬਿਨਾਂ ਲਾਲਚ ਤੋਂ, ਬਿਨਾਂ ਲੋਭ ਤੋਂ ਉਹਨਾਂ ਨੇ ਫੈਸਲਾ ਕਰਨਾ ਹੈ। ਜੇ ਉਹੀ ਅੰਦਰ ਵੜ ਗਏ ਤਾਂ ਸਾਡਾ ਦੇਸ਼ ਦਾ ਆਉਣ ਵਾਲਾ ਸਮਾਂ ਖਰਾਬ ਹੋਊਗਾ। ਔਰ ਮੇਰੇ ਵੱਲੋਂ ਇਹੀ ਹੈ, ਸਾਰਿਆਂ ਨੂੰ ਸੁਜੈਸ਼ਨ ਵੀ ਹੈ, ਬੇਨਤੀ ਵੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਤਾਂ ਕਿ ਇਸ ਚੀਜ਼ ਦਾ ਜਿਹੜਾ ਸਾਡਾ ਪ੍ਰੋਸੈਸ ਹੈਗਾ ਇਹ ਚੱਲਦਾ ਰਹੇ। ਓਵਰਆਲ ਜੇ ਆਪਾਂ ਸਾਰਾ ਕੁਝ ਦੇਖੀਏ ਤਾਂ ਇੱਕ ਸੁਧਾਰ ਕਰਨ ਦਾ ਜਾਂ ਸਮਝਣ ਦਾ ਜਾਂ ਬਦਲਣ ਦਾ ਹਰ ਕਿਸੇ ਨੂੰ ਮੌਕਾ ਮਿਲਦਾ ਹੈ। ਮੈਂ ਇਹ ਵੀ ਨਾਲ ਕਹੂੰਗਾ, ਸ਼ਰੀਫ ਆਦਮੀਆਂ ਨੂੰ ਅੱਗੇ ਵੀ ਆਉਣਾ ਚਾਹੀਦਾ ਹੈ। ਜੇ ਕਿਤੇ ਉਹਨਾਂ ਨੂੰ ਮੌਕਾ ਲੱਗੇ, ਉਹਨਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਤਾਂ ਉਹਨਾਂ ਨੂੰ ਇਸ ਚੀਜ਼ ਨਾਲ ਆਪਾਂ ਨੂੰ, ਮੈਂ ਸਮਝਦਾ ਕਿ ਮੈਂਡੇਟਰੀ ਦਾ ਸਵਾਲ ਦਾ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਇਹ ਅਲੱਗ ਚੀਜ਼ ਹੈ। ਪਰ ਅਗਰ ਜਿਵੇਂ ਡੈਮੋਕ੍ਰੇਸੀ ਪ੍ਰਤੀ ਲੋਕਾਂ ਦੀ ਵਫਾਦਾਰੀ ਹੋ ਜਾਵੇ, ਉਹਨਾਂ ਨੂੰ ਲੱਗੇ ਕਿ ਜਿਹੜੀ ਅਸੀਂ ਫਿਰਦੇ ਹਾਂ, ਕਰਦੇ ਹਾਂ, ਵੋਟ ਪਾਉਂਦੇ ਹਾਂ, ਇਹਦਾ ਕੋਈ ਰਿਜ਼ਲਟ ਨਿਕਲਣਾ ਹੈ। ਔਰ ਜਿਹੜੀ ਦੂਸਰੀ ਗੱਲ ਸਾਡੇ ਵਕੀਲ ਸਾਹਿਬਾਨ ਨੇ ਸਾਰਿਆਂ ਨੇ ਤਕਰੀਬਨ ਕਹੀ ਹੈ, ਇਹ ਪ੍ਰੋਸੈਸ ਜਿਹੜਾ ਹੈਗਾ ਇਹ ਲੰਬਾ ਹੋਣਾ ਚਾਹੀਦਾ ਵੋਟਿੰਗ ਪਾਉਣ ਦਾ। ਜੇ ਕਿਉਂਕਿ ਇੱਕ ਆਦਮੀ ਨੂੰ ਗੱਲ ਇੱਕ ਛੇਤੀ ਸਮਝ ਆ ਗਈ, ਇਹਦੇ ਨਾਲ ਉਹ ਆਪਣੀ ਵੋਟ ਦੇਣੀ ਚਾਹੁੰਦਾ, ਵੀ ਮੈਂ ਤਾਂ ਦੇ ਦੇਣੀ ਹੈ ਵੋਟ, ਮੈਨੂੰ ਕੋਈ ਫਰਕ ਨਹੀਂ। ਅਗਰ 15 ਦਿਨ ਪਹਿਲਾਂ ਵੋਟ ਪਾ ਦਿੰਦਾ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਪ੍ਰੋਸੈਸ ਜਿਹੜਾ ਹੈਗਾ ਲੰਬਾ ਹੋਏਗਾ। ਉਹਦੇ ਨਾਲ ਇੱਕ ਤਾਂ ਇਹਦੇ ਵਿੱਚ ਰਸ਼ ਘਟੂਗਾ, ਔਰ ਜਿਹੜੀ ਮਤਲਬ ਲੀਡਰ ਹੈਗੇ ਆ ਉਹਨਾਂ ਨੂੰ ਵੀ ਕੁਝ ਬੰਦੇ ਵੋਟਾਂ ਪਾ ਜਾਣਗੇ, ਪਾਉਣ ਵਾਲਿਆਂ ਨੂੰ ਸਭ ਨੂੰ ਇਸ ਚੀਜ਼ ਦਾ ਬੈਨੀਫਿਟ ਹੋਊਗਾ। ਬਹੁਤ ਵਧੀਆ ਸਾਡੇ ਵਕੀਲ ਸਾਹਿਬਾਨ ਨੇ ਕਿਹਾ ਕਿ ਇਹਦਾ ਪ੍ਰੋਸੈਸ ਲੰਬਾ ਹੋਣਾ। ਇਹ ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਦੀ ਸੁੰਦਰਤਾ ਦਾ ਵਿਸ਼ਾ ਹੈ। ਇਹ ਵਿਸ਼ਾ ਹੈ ਲੋਕਾਂ ਦੀਆਂ ਭਾਵਨਾਵਾਂ ਦਾ। ਇਹ ਨਹੀਂ ਹੈ ਵੀ ਪਰਸੈਂਟੇਜ ਘਟ ਗਈ ਇੱਕ ਵਾਰ ਤੇ ਲੋਕ ਵੋਟ ਪਾਉਣ ਤੋਂ ਵਿਸ਼ਵਾਸ ਲੋਕਾਂ ਦਾ ਜਾਂ ਲੋਕਤੰਤਰ 'ਚੋਂ ਘਟ ਗਿਆ। ਪਰਸੈਂਟੇਜ ਵੱਧ ਗਈ ਤਾਂ ਇਹਦੇ ਨਾਲ ਇਹ ਵੀ ਨਹੀਂ ਹੈ ਕਿ ਲੋਕੀ ਲੋਕਤੰਤਰ 'ਚ ਬਹੁਤ ਵੱਧ ਵਿਸ਼ਵਾਸ ਰੱਖਣ ਲੱਗੇ। ਜਿਹੜੇ ਘੱਟ ਵੋਟ ਹੈ ਉਹ ਵੀ ਲੋਕਤੰਤਰ ਦੇ ਵਿੱਚ ਇੱਕ ਸ਼ਾਨਦਾਰ ਆਪਣੀ ਗੱਲ ਕਹਿਣ ਦਾ ਤਰੀਕਾ ਹੈ। ਇਹ ਤਰੀਕਾ ਹੈ ਲੋਕਾਂ ਦਾ ਆਪਣੇ ਸੁਨੇਹਾ ਆਪਣੇ ਨੁਮਾਇੰਦਿਆਂ ਤੱਕ, ਆਪਣੀ ਪੋਲੀਟੀਕਲ ਪਾਰਟੀ ਤੱਕ ਪਹੁੰਚਾਉਣ ਦਾ। ਜੇ ਉਹਨਾਂ ਦੀਆਂ ਉਮੀਦਾਂ 'ਤੇ ਖਰੇ ਉਤਰੇਂਗੇ ਤਾਂ ਉੱਦਾਂ ਹੀ ਲੋਕ ਪਾਰਟੀਸਪੇਟ ਕਰਨਗੇ। ਸਰਕਾਰ ਦਾ, ਸਾਡੇ ਦੇਸ਼ ਦੀ ਦਾ, ਸਾਡੇ ਇਲੈਕਸ਼ਨ ਕਮਿਸ਼ਨ ਦਾ ਬਹੁਤ ਵਧੀਆ ਉਪਰਾਲਾ ਦਾ, ਬੜੀ ਜਾਗਰੂਕਤਾ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ। ਪਿੰਡ ਕੋਈ ਸ਼ਹਿਰਾਂ ਤੋਂ ਪਿੱਛੇ ਨਹੀਂ ਹੈ, ਸਭ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਲੇਕਿਨ ਜਿਹੜਾ ਮੇਨ ਸਵਾਲ ਹੈ ਮੈਂਡੇਟਰੀ ਹੋਣਾ, ਮੈਂਡੇਟਰੀ ਨਹੀਂ ਹੈ। ਇਹ ਲੋਕਤੰਤਰ ਦੀ ਹੱਤਿਆ ਵਾਲੀ ਗੱਲ ਹੋ ਜੂਗੀ ਜੇ ਮੈਂਡੇਟਰੀ ਕਰਤਾ। ਚੀਮਾ ਸਾਹਿਬ ਨਾਲ ਮੈਂ ਸਹਿਮਤ ਹਾਂ ਵੀ ਇਹ 15 ਦਿਨ ਚੱਲੇ ਪ੍ਰੋਸੈਸ। ਅਮਰੀਕਾ ਚੱਲਦਾ ਹੈ ਪ੍ਰੋਸੈਸ, ਉੱਦਾਂ ਚੱਲੇ। ਪਰ ਚੁਣਾਵ 'ਚ ਜਿਹੜੇ ਚੁਣਾਵ ਦੇ ਤਰੀਕੇ ਆ ਉਹਨਾਂ 'ਚ ਸੁਧਾਰ ਦੀ ਜ਼ਰੂਰਤ ਹੈ, ਲੇਕਿਨ ਮੈਂਡੇਟਰੀ ਦੇ ਨਹੀਂ ਹੈ। ਕਿਉਂਕਿ ਜਿਹੜੇ ਲੋਕਤੰਤਰ ਹੈ ਉਹ ਸਿਰਫ ਲੋਕਾਂ ਦੀ ਮਰਜ਼ੀ ਨਾਲ ਚੱਲਣਾ, ਅਤੇ ਲੋਕਾਂ ਦੀ ਮਰਜ਼ੀ ਇਹੀ ਹੈ ਵੀ ਉਹ ਵੋਟ ਪਾਉਣ ਨਾ ਪਾਉਣ, ਉਹਨਾਂ ਦੀ ਮਰਜ਼ੀ ਦੇ ਨਾਲ ਚੱਲਣਾ। ਇਹ ਸਾਡੀ ਜਿਹੜੀ ਸੰਵਿਧਾਨ ਦੇ ਵਿੱਚ ਵੀ ਆਜ਼ਾਦੀ ਹੈ ਉਹਦਾ ਉਲੰਘਣ ਹੋ ਜੂਗਾ। ਜੋ ਵੋਟ ਘੱਟ ਪਾਉਣ ਦਾ ਤੁਹਾਡਾ ਸਵਾਲ ਹੈ, ਉਹਦੇ ਸੰਬੰਧ ਵਿੱਚ ਕੱਲ੍ਹ ਆਮ ਦੇਖਣ ਨੂੰ ਬੂਥਾਂ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸੀਨੀਅਰ ਸਿਟੀਜ਼ਨ ਲੋਕ ਨੇ ਉਹ ਵੋਟ ਪਾਉਣ ਤੋਂ ਜਾਂਦੇ ਨੇ ਅਤੇ ਉੱਥੋਂ ਲਾਈਨ 'ਤੇ ਖੜ੍ਹਨਾ ਪੈਂਦਾ ਅਤੇ ਉਹ ਵਾਪਸ ਘਰਾਂ ਨੂੰ ਆ ਜਾਂਦੇ ਨੇ। ਇਸ ਦੇ ਸੰਬੰਧ ਵਿੱਚ ਜਿਹੜੀ ਵੋਟ ਪੋਲਿੰਗ ਦਾ ਸਿਸਟਮ ਹੈ ਉੱਥੇ ਬਣਾਇਆ ਵਾ ਬੂਥਾਂ 'ਤੇ, ਉਹਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਵਾਸਤੇ ਇੱਕ ਜਿਹੜਾ ਵੋਟ ਪੋਲਿੰਗ ਦਾ ਅੱਡ ਮਤਲਬ ਲਾਈਨਿੰਗ ਜਾਂ ਸਿਸਟਮ ਹੋਣਾ ਚਾਹੀਦਾ। ਕੱਲ੍ਹ ਦੇਖਿਆ ਕਈ ਬਜ਼ੁਰਗ ਆਪਣੇ ਲਾਈਨ 'ਚ ਖੜ੍ਹ ਕੇ 10 ਮਿੰਟ ਖੜ੍ਹ ਕੇ ਫਿਰ ਵਾਪਸ ਘਰਾਂ ਨੂੰ ਚਲੇ ਗਏ ਨੇ। ਚਲੋ ਜੋ ਵਿਹਲਾ ਉਦੋਂ ਪਾਵਾਂਗੇ ਵੋਟ। ਇਸ ਕਰਕੇ ਜੋ ਪੋਲਿੰਗ ਘੱਟ ਹੋਈ ਆ ਉਹਦੇ ਵਿੱਚ ਵੀ ਇਸ ਗੱਲ ਦਾ ਥੋੜ੍ਹਾ ਜਿਹਾ ਜਿਹੜਾ ਇਫੈਕਟ ਹੁੰਦਾ ਹੈ।
ਬਿਲਕੁਲ ਇਹਨਾਂ ਦੀ ਗੱਲ ਦੇ ਨਾਲ ਮੈਂ ਸਹਿਮਤ ਹਾਂ ਕਿ ਪਰ ਮੈਂ ਜਿਸ ਤਰ੍ਹਾਂ ਪਹਿਲਾਂ ਡੈਮੋਕ੍ਰੇਸੀ ਦੀ ਗੱਲ ਕੀਤੀ ਸੀ ਨਾ ਕਿ ਡੈਮੋਕ੍ਰੇਸੀ ਦਾ ਮਿਸਯੂਜ਼ ਕਿਵੇਂ ਹੋ ਰਿਹਾ ਹੈਗਾ। ਦੇਖੋ ਜਿਹੜੇ ਵੀ ਇਸ ਇਲੈਕਸ਼ਨ ਪ੍ਰੋਸੈਸ ਨੂੰ ਹੈਂਡਲ ਕਰ ਰਹੇ ਸੀ, ਕੱਲ ਮੈਂ ਦੇਖਿਆ ਕਿ ਉਹਨਾਂ ਨੇ ਉਹ ਜਿਹੜੇ ਨਾਨ ਜੈਂਡਰ ਹੈਗੇ ਆ ਉਹ ਵੀ ਬਿਠਾਏ ਹੋਏ ਸੀ ਤਾਂ ਕਿ ਮੀਡੀਆ ਦੇ ਵਿੱਚ ਆ ਜਾਵੇ। ਉਹਨਾਂ ਨੇ ਬਜ਼ੁਰਗਾਂ ਦੀਆਂ ਵੀ ਫੋਟੋਆਂ ਖਿੱਚ ਰਹੇ ਸੀ। ਇਹ ਕੋਈ ਗੱਲ ਹੈ? ਇਹ ਕੋਈ ਲੋਕਤੰਤਰ ਦੀ ਗੱਲ ਹੈਗੀ ਆ? ਦਿਸ ਇਜ਼ ਰਾਈਟ। ਤੇ ਹਰੇਕ ਬੰਦੇ ਨੂੰ ਹੈਗਾ ਆਪਣੀ ਵੋਟ ਪਾਉਣ ਦਾ ਅਖਤਿਆਰ ਹੈਗਾ, ਵੋਟ ਪਾਵੇ। ਇਹ ਡਰਾਮਾ ਕਰਕੇ ਦਿਖਾਉਂਦੇ ਆ ਕਿ ਅਸੀਂ ਆਹ ਕੁਛ ਕਰਿਆ ਹੈਗਾ। ਸੋ ਇਸ ਤਰ੍ਹਾਂ ਦੀ ਮੈਂ ਦੇਖਿਆ ਅਪੰਗ ਬੰਦਿਆਂ ਨੂੰ ਉਹਨੂੰ ਕੁਰਸੀ ਪਰ ਬਿਠਾ ਕੇ ਉਹ ਜਿਵੇਂ ਇੱਕ ਕੇਲਾ ਦੇ ਰਿਹਾ ਕਿ 7 ਬੰਦੇ ਫੋਟੋ ਖਿਚਵਾ ਰਹੇ ਆ, ਉਹ ਕੁਛ ਜਿਹੜਾ ਹੈਗਾ ਡੈਮੋਕ੍ਰੇਸੀ ਦੇ ਵਿੱਚ ਕਰਿਆ ਜਾ ਰਿਹਾ ਸੀ। ਡੈਮੋਕ੍ਰੇਸੀ ਤੋਂ ਸਵਾਲ ਇਹ ਹੈਗਾ ਕਿ ਡੈਮੋਕ੍ਰੇਸੀ ਤੋਂ ਲੋਕਾਂ ਦਾ ਵਿਸ਼ਵਾਸ ਕਿਉਂ ਉੱਠਦਾ ਜਾ ਰਿਹਾ? ਕਿਉਂ ਲੋਕ ਇਹ ਸਮਝਣਾ ਸ਼ੁਰੂ ਹੋ ਗਏ ਕਿ ਇਹ ਜੋ ਕੁਝ ਵੀ ਹੋ ਰਿਹਾ ਹੈਗਾ ਸਾਡੇ ਹਿੱਤ ਦੇ ਵਿੱਚ ਨਹੀਂ ਹੈਗਾ। ਔਰ ਤੁਸੀਂ ਦੇਖੋ ਕਿ ਪਿਛਲੇ ਕੋਵਿਡ ਦੇ ਟਾਈਮ ਦੇ ਵਿੱਚ ਇਸੇ ਡੈਮੋਕ੍ਰੇਸੀ ਨੇ ਲੋਕਾਂ ਨੂੰ ਕੀ ਦਿੱਤਾ ਹੈਗਾ? ਇਸ ਡੈਮੋਕ੍ਰੇਸੀ ਨੇ ਲੋਕਾਂ ਨੂੰ ਕੁਝ ਨਹੀਂ ਦਿੱਤਾ, ਪਰ ਪਿਛਲੇ ਟਾਈਮ ਦੇ ਵਿੱਚ ਜਿਹੜੇ ਵੀ ਐਮਐਲਏ ਸੀ ਉਹਨਾਂ ਦੀਆਂ ਜਾਇਦਾਦਾਂ ਦਾ ਵੇਰਵਾ ਲੈ ਲਓ, ਆਮ ਬੰਦੇ ਦੀ ਜਾਇਦਾਦ ਦਾ ਵੇਰਵਾ ਲੈ ਲਓ। ਇਸ ਕਰਕੇ ਲੋਕਾਂ ਦਾ ਵਿਸ਼ਵਾਸ ਕਿਤੇ ਨਾ ਕਿਤੇ ਜ਼ਰੂਰ ਖਤਮ ਹੋ ਚੁੱਕਿਆ। ਦੇਖੋ ਆਮ ਆਪਾਂ ਅਖਬਾਰਾਂ ਦੇ ਵਿੱਚ ਦੇਖਿਆ ਕਿ ਲਾੜਾ ਵੀ ਵੋਟ ਪਾਉਣ ਜਾ ਰਿਹਾ, ਕੋਈ ਹੈਂਡੀਕੈਪਡ ਵੀ ਵੋਟ ਪਾਉਣ ਜਾ ਰਿਹਾ, ਬਜ਼ੁਰਗ ਅੱਤ ਦਾ ਬਜ਼ੁਰਗ ਉਹ ਵੀ ਵਿਚਾਰਾ ਬੜਾ ਕਿਸੇ ਸਹਾਰੇ ਨਾਲ ਵੋਟ ਪਾਉਣ ਜਾ ਰਿਹਾ। ਤੇ ਜਦੋਂ ਇਹ ਵੋਟਾਂ ਕਾਸਟ ਹੁੰਦੀਆਂ ਤਾਂ ਉੱਥੇ ਸਮਾਂ ਲੱਗਦਾ। ਇੱਕ ਆਮ ਮਤਲਬ ਕਿ ਬਜ਼ੁਰਗ ਬੰਦੇ ਲਈ ਤਾਂ 8 ਤੋਂ 10 ਮਿੰਟ ਲੱਗ ਜਾਂਦੇ ਨੇ, ਤਾਂ ਉਹਦੇ ਵਿੱਚ ਫਿਰ ਲਾਈਨ ਹੋਰ ਲੰਬੀ ਹੁੰਦੀ ਜਾਂਦੀ ਹੈ। ਸੋ ਇੱਕ ਦਿਨ ਦੇ ਪ੍ਰੋਸੈਸ ਦੇ ਵਿੱਚ ਜ਼ਰੂਰ ਇਹ ਗਿਣਤੀ ਘਟਦੀ ਹੈ। ਤਾਂ ਹੀ ਇਹ ਡਿਮਾਂਡ ਕਿ ਇਹ ਘੱਟੋ ਘੱਟ 15-20 ਦਿਨ ਦਾ ਪ੍ਰੋਸੈਸ ਹੋਵੇ। ਬਾਕੀ ਪ੍ਰਵਾਸ ਵੀ ਬਹੁਤ ਹੋਇਆ ਖਾਸ ਤੌਰ ਤੇ ਪੰਜਾਬ ਦੇ ਵਿੱਚੋਂ ਬਾਹਰਲੇ ਮੁਲਕ ਦੇ ਵਿੱਚ। ਸੋ ਇਸ ਲਈ ਜਿਹੜੀ ਪੋਸਟਲ ਬੈਲਟ ਹੈ ਉਹਦਾ ਪ੍ਰੋਸੈਸ ਤਾਂ ਘੱਟੋ ਘੱਟ ਮੇਰੇ ਹਿਸਾਬ ਨਾਲ 2 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦੇਣਾ ਚਾਹੀਦਾ, ਤਾਂ ਕਿ ਹਰ ਮੁਲਕ ਦੇ ਵਿੱਚ ਬੈਠਾ ਪੰਜਾਬੀ ਆਪਣੀ ਵੋਟ ਕਾਸਟ ਕਰ ਸਕੇ। ਤੇ ਇਸ ਨਾਲ ਜ਼ਰੂਰ ਵਧੇਗਾ ਜਿਹੜਾ ਇਹ ਵੋਟਾਂ ਦੀ ਪਰਸੈਂਟੇਜ। ਜਿਹੜੇ ਲੋਕ ਹੈ ਉਹ ਚੁਣਾਵ ਦੇ ਵਿੱਚ ਆਪਣੀ ਸਰਕਾਰ ਚੁਣਦੇ ਆ 5 ਸਾਲ ਵਾਸਤੇ, ਇਹ ਸਦਾ ਵਾਸਤੇ ਨਹੀਂ ਹੈ। ਜੇ ਨਹੀਂ ਪਸੰਦ ਆਊਗੀ ਤਾਂ ਬਦਲ ਲੈਣਗੇ। ਜਿਹੜਾ ਚੁਣਾਵ ਦਾ ਇੰਤਜ਼ਾਮਾਤ ਸੀਗਾ ਉਹ ਬੜਾ ਸ਼ਾਨਦਾਰ ਸੀਗਾ। ਜਿਹੜੇ ਪਰਸਨ ਵਿਦ ਡਿਸੇਬਿਲਟੀਜ਼ ਸੀਗੇ, ਜਿਹੜੇ 80 ਸਾਲ ਤੋਂ ਉੱਪਰ ਤੇ ਉਹਨਾਂ ਦੇ ਪਹਿਲਾਂ ਘਰ ਜਾ ਕੇ ਵੋਟਾਂ ਪਵਾਈਆਂ ਚੁਣਾਵ ਆਯੋਗ ਨੇ, ਤੇ ਜਿਹੜਾ ਬੰਦਾ ਹੋਰ ਕਿਸੇ ਕਾਰਨ ਕਰਕੇ ਨਹੀਂ ਪੋਲਿੰਗ ਕਰ ਸਕਦਾ ਸੀ ਉਹਦੇ ਵਾਸਤੇ ਵੀ ਚੁਣਾਵ ਆਯੋਗ ਵੱਲੋਂ ਬੜੇ ਵਧੀਆ ਇੰਤਜ਼ਾਮਾਤ ਸੀ। ਫਾਰਮ ਭਰ ਕੇ ਪਹਿਲਾਂ ਬੰਦਾ ਜਾ ਕੇ ਅਪਲਾਈ ਕਰ ਸਕਦਾ ਸੀਗਾ ਆਪਣਾ ਕਾਰਨ ਦੱਸ ਕੇ। ਲੇਕਿਨ ਲੋਕਾਂ ਦੇ ਵਿੱਚ ਉਸ ਚੀਜ਼ ਦੀ ਹਲੇ ਜਾਗਰੂਕਤਾ ਆਪਣੇ ਦੇਸ਼ 'ਚ ਆਉਣੀ ਬਾਕੀ ਹੈ। ਤੇ ਚੁਣਾਵ ਦੇ ਵਿੱਚ ਹੋਰ ਸੁਧਾਰ ਹੋਣ ਨਾਲ ਸ਼ਾਇਦ ਇਹ ਸਵਾਲ ਵੀ ਮੈਂਡੇਟਰੀ ਹੋਵੇ ਜਾਂ ਨਾ ਹੋਵੇ ਇਹ ਖਤਮ ਹੋ ਜੇ। ਦੋਸਤੋ ਸਾਰਿਆਂ ਅੱਗੇ ਸਵਾਲ ਇਹ ਸੀ ਕਿ ਚੋਣਾਂ ਦੇ ਵਿੱਚ ਜਿਹੜੀ ਵੋਟ ਹੈ ਮੈਂਡੇਟਰੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਇਹ ਵਕੀਲ ਸਾਹਿਬਾਨ ਦੇ ਆਪੋ ਆਪਣੇ ਸਾਰਿਆਂ ਦੇ ਵਿਚਾਰ ਸਨ, ਤੁਸੀਂ ਉਹਨਾਂ ਦੇ ਵਿਚਾਰ ਸੁਣੇ ਤੇ ਲਗਭਗ ਇੱਕ ਗੱਲ ਦਾ ਸਿੱਟਾ ਇਹ ਨਿਕਲਿਆ ਹੈ ਕਿ ਮੈਂਡੇਟਰੀ ਚਾਹੇ ਨਾ ਹੋਵੇ ਪਰ ਇਹ ਜ਼ਰੂਰ ਹੋਣਾ ਚਾਹੀਦਾ ਕਿ ਜਿਹੜਾ ਵਕਫ ਹੈ ਉਹ ਥੋੜ੍ਹਾ ਜਿਹਾ ਵੱਧ ਹੋਣਾ ਚਾਹੀਦਾ। ਇਸ ਦੇ ਨਾਲੇ ਗੁਰਕਿਰਪਾਲ ਸਿੰਘ ਅਸ਼ਕ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।